ਰੱਬਾ ਕਿਹੜੇ ਪਾਸੇ ਜਾਈਏ ਤੇ ਕਿਹਨੂੰ ਹਾਲ ਸੁਣਾਈਏ। ਲੇਕਿਨ ਅੱਲਾ ਨੂੰ ਹੀ ਹਾਲ ਸੁਣਾਉਣਾ ਪੈਂਦਾ ਵੇ ਕਿ ਐ ਅੱਲਾ ਕੀ ਜ਼ੁਲਮ ਹੋਣ ਦਿਆ ਹੈ ਇਸ ਦੁਨੀਆ 'ਤੇ। ਤੇਰੀ ਇਸ ਦੁਨੀਆ ਦੇ ਉੱਤੇ ਬਹੁਤ ਜ਼ੁਲਮ ਵੱਧ ਗਿਆ ਹੈ। ਹੁਣ ਤੇ ਕਿਆਮਤ ਆ ਜਾਣੀ ਚਾਹੀਦੀ ਹੈ। ਇਹ ਗਾਜ਼ੀਆਬਾਦ ਦਾ ਵਾਕਿਆ ਵੇ ਜਿਹਦੇ ਵਿੱਚ SHO ਨੇ ਇੱਕ ਝੱਲੀ ਜਿਹੀ ਲੜਕੀ ਦੀ ਇੱਜ਼ਤ ਨੂੰ ਖਰਾਬ ਕੀਤਾ। ਤੇ ਉਹਨੇ ਕਿਸ ਤਰ੍ਹਾਂ ਇਹ ਕੀਤਾ, ਇਹ ਉਸ ਬੱਚੀ ਦੇ ਮੂੰਹੋਂ ਸੁਣਨਾ। ਲੈ ਕੇ ਗਿਆ ਥਾਣੇ ਦੇ ਅੰਦਰ ਲੈ ਕੇ ਗਿਆ ਸੀ। ਬੱਚੀ ਦੀ ਮਾਂ ਲੋਕਾਂ ਦੇ ਘਰ ਕੰਮ ਕਰਦੀ ਸੀ ਤੇ ਇਸ ਬੱਚੀ ਦੀ ਉਮਰ 20 ਸਾਲ ਦੱਸਦੀ ਹੈ ਕਿ ਇਹਦੀ 20 ਸਾਲ ਉਮਰ ਹੈ। ਤੇ ਉਹ ਬੱਚੀ ਸਿੱਧੀ ਜਿਹੀ ਹੈ, ਭੋਲੀ ਜਿਹੀ ਹੈ, ਦਿਮਾਗੀ ਯਾਨੀ ਕਿ ਨਾ ਇੰਨੀ ਵੱਡੀ ਨਹੀਂ ਹੈਗੀ, ਹੁਸ਼ਿਆਰ ਚਲਾਕ ਨਹੀਂ ਹੈਗੀ। ਤੇ ਇਹ ਆਇਆ ਕਿਤੇ ਇਸ ਨਖੁੱਟੇ ਦੀ ਨਜ਼ਰ ਇਹਦੇ 'ਤੇ ਪਈ ਹੈ ਤੇ ਇਹਨੇ ਉਹਨੂੰ ਕਿਹਾ ਚੱਲ ਮੇਰੀ ਮੋਟਰਸਾਈਕਲ 'ਤੇ ਬੈਠ। ਉਹਦੇ ਕੋਲ ਨਹੀਂ ਬੈਠਾ ਗਿਆ ਤੇ ਉਹਨੂੰ ਫੜ ਕੇ ਚੁੱਕ ਕੇ ਤੇ ਆਪ ਆਪਣੇ ਮੋਟਰਸਾਈਕਲ 'ਤੇ ਬਿਠਾਇਆ ਤੇ ਉਹਨੂੰ ਥਾਣੇ ਲੈ ਗਿਆ। ਥਾਣੇ ਲਿਜਾ ਕੇ ਉਹਨੂੰ ਕਿਤੇ ਨਾਨ ਪਕੌੜੇ ਖਵਾਏ ਸੂ ਤੇ ਉਹ ਬੱਚੀ ਇਹ ਜ਼ਾਹਰੀ ਬਾਤ ਹੈ ਝੱਲੀ ਜਿਹੀ ਹੈ, ਉਹਨੂੰ ਕਹਿੰਦਾ ਮੈਂ ਤੈਨੂੰ ਤੇਰੀ ਮਾਂ ਕੋਲ ਲੈ ਕੇ ਚੱਲਾਂ। ਇਸ ਤਰ੍ਹਾਂ ਵਰਗਲਾ ਕੇ ਉਹਨੂੰ ਉੱਥੇ ਲਿਆਇਆ ਸੂ। ਫਿਰ ਉਹਨੂੰ ਚਪੇੜ ਮੂੰਹ 'ਤੇ ਮਾਰ ਕੇ ਤੇ ਉਹਨੂੰ ਜਦੋਂ ਉਹ ਸ਼ੁਰੂ ਹੋਣ ਲੱਗਾ ਆਪਣੀ ਹਵਸ ਪੂਰੀ ਕਰਨ ਲੱਗਾ ਤੇ ਉਹ ਵੇਖੋ ਇੱਕ ਇੱਕ ਲਫ਼ਜ਼ ਦੱਸਣ ਦੇ ਹੀ ਏਡੀ ਵੀ ਉਹ ਸਿੱਧੀ ਨਹੀਂ ਹੈਗੀ। ਉਹਨੂੰ ਇੰਨਾ ਪਤਾ ਲੱਗਣ ਦਿਆ ਹੈ ਕਿ ਇਹ ਬੰਦਾ ਹੈ, ਇਹਨੇ ਮੇਰੀ ਇੱਜ਼ਤ ਖਰਾਬ ਕੀਤੀ ਹੈ। ਬਾਕਾਇਦਾ ਯਕੀਨ ਕਰੋ ਰੋਣ ਲੱਗ ਪਈ ਹੈ ਉਹ, ਐਡੀ ਉਹ ਸਿੱਧੀ ਵੀ ਨਹੀਂ ਹੈਗੀ ਸੀ। ਇੱਕ ਇਸ ਤਰ੍ਹਾਂ ਦਾ ਵਾਕਿਆ ਆਇਆ ਸੀ ਦਾਤਾ ਦਰਬਾਰ ਦਾ ਕਿ ਉਹਦੇ ਬਾਹਰ ਬੈਠੀ ਇੱਕ ਬਿਲਕੁਲ ਹੀ ਯਾਨੀ ਕਿ ਨਾ ਰਹੀ ਗੁਜ਼ਰੀ ਝੱਲੀ ਪੱਤੀ ਜਿਹੀ, ਉਹਦੇ ਨਾਲ ਕਿਸੇ ਨੇ ਜ਼ਿਆਦਤੀ ਕੀਤੀ ਤੇ ਉਹਨੂੰ ਹਮਲਾ ਕਰ ਦਿੱਤਾ। ਖੁਦਾਰਾ ਇਹ ਕਿੱਥੇ ਜਾਂਦੇ ਆ, ਕਿਹੜੇ ਪਾਸੇ ਇਹ ਸਾਡਾ ਮੁਲਕ ਜਾਂਦੇ ਆ। ਨਾ ਕੋਈ ਬੱਚੀ ਛੱਡੀ, ਕੋਈ 1.5 ਸਾਲ ਦੀ ਬੱਚੀ ਨਾ ਕਰਨ ਦਿਆ, ਕੋਈ 2 ਸਾਲ ਦੇ ਬੱਚੇ ਨਾ ਕਰਨ ਦਿਆ, ਕੋਈ 6 ਸਾਲ ਦੀ ਬੱਚੀ ਨਾਲ, ਕੋਈ 8 ਸਾਲ ਦੀ ਬੱਚੀ ਨਾਲ। ਇੰਨੀ ਜ਼ਿਆਦਤੀਆਂ, ਇੰਨੇ ਜ਼ਨਾਹ ਦੇ ਕੇਸ ਵੱਧਦੇ ਜਾਂਦੇ ਨੇ, ਇਹਨਾਂ ਦੀ ਕੋਈ ਰੋਕਥਾਮ ਨਹੀਂ ਹੁੰਦੀ। ਇਹ ਹੁਣ ਬੱਚੀ ਦਾ ਮਾਮਲਾ ਇਹ ਵੇ ਕਿ ਇਹਨੇ ਕਿਹਾ ਸਿੱਧੀ ਸਾਦੀ ਜਿਹੀ ਹੈ, ਇਹਨੇ ਸਾਰੀ ਗੱਲ ਆਪਣੇ ਮੂੰਹ ਦੱਸੀ ਹੈ ਕਿ ਵੀ ਮੈਨੂੰ ਕਿਸ ਤਰ੍ਹਾਂ ਲੈ ਕੇ ਗਿਆ। ਸਵੇਰੇ 1 ਵਜੇ ਦਾ ਲੱਗਿਆ, ਰਾਤ ਦੇ 9 ਵੱਜ ਗਏ। ਮਾਂ ਕਹਿੰਦੀ ਜਦੋਂ ਸਾਡੇ ਕੋਲ ਰਕਸ਼ੇ 'ਚ ਆਈ ਹੈ ਤੇ ਜ਼ਾਹਰੀ ਬਾਤ ਉਹਨਾਂ ਨੇ ਉਹਦੀ ਹਾਲਤ ਵੇਖੀ। ਪਿਓ ਦੇ ਕੋਲੋਂ ਕਹਿੰਦੇ ਵੇਖੀ ਨਹੀਂ ਗਈ ਉਹਦੀ ਹਾਲਤ, ਉਹਦੀਆਂ ਤਾਂ ਲੱਤਾਂ ਹੀ ਕੰਬਣ ਲੱਗ ਪਈਆਂ। ਗਰੀਬ ਲੋਕ ਸਨ, ਹਾਲ ਦਵਾਈ ਤੋਂ ਇਲਾਵਾ ਇਹ ਕੀ ਕਰ ਸਕਦੇ ਸਨ। ਖੈਰ ਇਸ SHO ਨੂੰ ਮੈਂ ਕੁਛ ਪਰਸਨਲ ਇਸ ਕਰਕੇ ਜਾਣਦੀ ਹਾਂ ਕਿ ਇਹ ਮੇਰੀ ਮਤਲਬ ਕਿ ਨਾ ਸਾਡੇ ਕੋਈ ਅਜ਼ੀਜ਼ ਨੇ ਤੇ ਉਹਨਾਂ ਦੇ ਉੱਧਰ ਕਰਕੇ ਨਾ ਇਹ ਰਹਿੰਦੇ ਨੇ। ਤੇ ਇਹਦੀ ਨਾ ਬੀਵੀ ਬੜੀ ਪਿਆਰੀ, ਬੜੀ ਖੂਬਸੂਰਤ ਇਹਦੀ ਬੀਵੀ ਹੈਗੀ ਹੈ ਤੇ ਪਾਰਲਰ ਚਲਾਉਂਦੀ ਹੈ ਤੇ ਆਪਣੇ ਬੱਚੇ ਵੀ ਹੈ ਨੇ। ਐਡੀ ਖੂਬਸੂਰਤ ਬੀਵੀ ਨੂੰ ਛੱਡ ਕੇ ਤੇ ਬਾਹਰ ਇਹੋ ਜਿਹਾ ਮੂੰਹ ਮਾਰਨ ਵਾਲਾ ਗੰਦਾ ਇਨਸਾਨ, ਇਹਦੀ ਮਿਸਾਲ ਪਤਾ ਕਿਸ ਤਰ੍ਹਾਂ ਹੋਣੀ ਹੈ। ਅੱਲਾਹ ਤਾਲਾ ਦੇ ਕੋਲ ਜਦੋਂ ਇਹੋ ਜਿਹੇ ਲੋਕ ਜਾਣਗੇ ਨਾ, ਇਹੋ ਜਿਹੇ ਜ਼ਨਾਈ ਲੋਕ ਆਪਣੀਆਂ ਬੀਵੀਆਂ ਨੂੰ ਜਿਹੜੇ ਛੱਡ ਕੇ ਤੇ ਬਾਹਰ ਯਾਨੀ ਕਿ ਗੰਦ 'ਚ ਮੂੰਹ ਮਾਰਦੇ ਨੇ ਤੇ ਉਹਨਾਂ ਦੇ ਅੱਗੇ ਨਾ ਅੱਛੀਆਂ ਚੀਜ਼ਾਂ ਰੱਖੀਆਂ ਜਾਣਗੀਆਂ। ਉਹ ਅੱਛੀਆਂ ਚੀਜ਼ਾਂ ਨੂੰ ਛੱਡ ਕੇ ਨਾ ਤੇ ਗੰਦੀਆਂ ਚੀਜ਼ਾਂ ਮੂੰਹ ਮਾਰਨਗੇ ਤੇ ਅੱਲਾਹ ਤਾਲਾ ਉਹਨਾਂ ਨੂੰ ਕਹਿਣਗੇ ਕਿ ਇਹਨਾਂ ਨੂੰ ਖਾਓ ਅੱਜ ਦੇ ਦਿਨ। ਕਿਉਂ? ਇਹ ਉਹ ਲੋਕ ਨੇ ਜਿਹੜੇ ਦੁਨੀਆ ਦੇ ਉੱਤੇ ਅੱਛੀ ਚੀਜ਼ ਛੱਡ ਕੇ ਤੇ ਗੰਦੀ ਚੀਜ਼ ਵੱਲ ਮੂੰਹ ਮਾਰਦੇ ਸਨ। ਇਹ ਉਹ ਜ਼ਨਾਈ ਹੋਣਗੇ ਉਹੋ ਜਿਹੇ ਜਿਨ੍ਹਾਂ ਨੂੰ ਅੱਲਾਹ ਤਾਲਾ ਉੱਥੇ ਗੰਦ ਖਵਾਏਗਾ। ਤੇ ਆਪਣੀਆਂ ਬੀਵੀਆਂ ਨੂੰ ਛੱਡ ਕੇ ਤੇ ਦੂਸਰਿਆਂ ਦੀਆਂ ਬੀਵੀਆਂ ਦੇ ਉੱਤੇ ਨਜ਼ਰ ਰੱਖਣ ਵਾਲੇ, ਦੂਸਰਿਆਂ ਦੀ ਬੀਬੀਆਂ 'ਤੇ ਨਜ਼ਰ ਰੱਖਣ ਵਾਲੇ, ਕਿਸੇ ਦੀ ਧੀ ਭੈਣ 'ਤੇ ਨਜ਼ਰ ਰੱਖਣ ਵਾਲੇ ਦੀ ਆਖਰਤ ਕਿੱਡੀ ਬੁਰੀ ਹੋਣੀ ਹੈ, ਇਹ ਤਾਂ ਇਹਨੂੰ ਉੱਤੇ ਜਾ ਕੇ ਪਤਾ ਚੱਲੇਗਾ। ਲੇਕਿਨ ਇਸ ਅਦਾਲਤ 'ਚ ਅਗਰ ਫੈਸਲਾ ਨਾ ਮਿਲਿਆ ਤੇ ਅਗਲੀ ਅਦਾਲਤ ਹੈ ਵੇ ਹਲੇ। ਤੇ ਇਸ ਬੱਚੀ ਦੇ ਹਲੇ ਹੋਰ ਵੀ ਬਿਆਨ ਸੁਣੋ ਤੇ ਯਕੀਨ ਕਰੋ ਰੋਕਣ ਦੇ ਲੋਕ ਜਾਂਦੇ ਨੇ ਕਿ ਸਾਡਾ ਮਾਸ਼ਰਾ ਕਿਹੜੇ ਪਾਸੇ ਜਾਣ ਦਿਆ ਵੇ। ਸ਼ੋਰ ਨਾ ਪਾ ਪਈ ਤੇ ਉਹਨੇ ਥੱਪੜ ਮਾਰੇ ਮੇਰੇ ਮੂੰਹ ਤੇ। ਇਸ SHO ਦਾ ਧੜੱਲਾ ਚੈੱਕ ਕਰੋ, ਇਹਦੀ ਨਾ ਡਰ ਹੋਣ ਦਾ ਜਿਹੜਾ ਨਾ ਉਹ ਦੇਖੋ ਕਿ ਕਿਸ ਤਰ੍ਹਾਂ ਉਹਨੂੰ ਬੱਚੀ ਨੂੰ ਪਹਿਲੇ ਲੈ ਕੇ ਗਿਆ, ਫਿਰ ਉਹਦੇ ਮੂੰਹ 'ਤੇ ਥੱਪੜ ਮਾਰੇ ਨੇ, ਫਿਰ ਉਹਨੂੰ ਕਿਹਾ ਕਿ ਚੁੱਪ ਕਰ, ਸ਼ੋਰ ਨਾ ਕਰੀ। ਉਹ ਏਡੀ ਵੀ ਝੱਲੀ ਨਹੀਂ ਸੀ ਹੈਗੀ। ਖੈਰ ਇਹਦੇ ਹੱਥੇ ਚੜ੍ਹੀ ਸੀ, ਐਡਾ ੜਾ ਤੇ ਡਸ਼ਕਰਾ ਵੇ, ਦੇਖਣ ਨੂੰ ਐਡਾ ੜਾ ਭਾਈ ਲੱਗਣ ਦਿਆ ਵੇ ਤੇ ਜ਼ਾਹਰੀ ਬਾਤ ਹੈ। ਮੈਂ ਤੁਹਾਨੂੰ ਦੱਸਿਆ ਨਾ ਕਿ ਇਹਦੀ ਜਿਹੜੀ ਬੀਵੀ ਹੈ ਉਹ ਅਸੀਂ ਵੇਖੀ ਹੈ, ਅੱਖਾਂ ਦੇ ਨਾਲ ਵੇਖੀ ਹੈ। ਇਹਨੂੰ ਨਹੀਂ ਸੀ ਖੈਰ ਦੇਖਿਆ, ਇਹਦੀਆਂ ਤਸਵੀਰਾਂ ਉਹ ਦਿਖਾਉਂਦੀ ਸੀ ਕਿ ਮੇਰਾ ਮੀਆਂ SHO ਵੇ ਇਸ ਤਰ੍ਹਾਂ।
ਲੇਕਿਨ ਕੋਈ ਵੀ ਬੀਵੀ ਆਪਣੇ ਮੀਆਂ ਦੀ ਏਡੀ ਬੁਰਾਈ ਨਹੀਂ ਕਰਦੀ। ਸ਼ਾਇਦ ਉਹਨੂੰ ਪਤਾ ਵੀ ਹੋਵੇ, ਲੇਕਿਨ ਉਹ ਆਪਣੇ ਕੰਮ ਨਾਲ ਮਗਨ ਰਹਿੰਦੀ ਸੀ। ਉਹਦੇ ਬੱਚੇ ਉਹਨੇ ਪੈਦਾ ਕੀਤੇ। ਉਹ ਘਰ 'ਚ ਵੀ ਦੇਖ ਲਓ ਆਪਣਾ ਕੰਮ ਪੂਰਾ ਰੱਖਦਾ ਸੀ, ਆਪਣੀ ਬੀਵੀ ਨੂੰ ਵੀ ਜ਼ਾਹਰੀ ਬਾਤ ਹੈ ਟਾਈਮ ਦਿੰਦਾ ਸੀ, ਬੱਚੇ ਪੈਦਾ ਕਰਦਾ ਪਿਆ ਸੀ ਅਤੇ ਬਾਹਰ ਵੀ ਉਹ ਰੰਗ ਰਲੀਆਂ ਕਹਿੰਦਾ ਸੀ ਵੀ ਮੈਂ ਮਨਾਵਾਂ, ਭਾਵੇਂ ਕੋਈ ਝੱਲੀ ਫੱਤੀ ਮਿਲ ਜਾਵੇ, ਭਾਵੇਂ ਕੋਈ ਪਾਗਲ ਮਿਲ ਜਾਵੇ, ਭਾਵੇਂ ਕੋਈ ਛੋਟੀ ਮਿਲ ਜਾਵੇ, ਭਾਵੇਂ ਕੋਈ ਵੱਡੀ ਮਿਲ ਜਾਵੇ, ਕੋਈ ਵੀ ਮਿਲ ਜਾਵੇ। ਇਹ ਏਡੀ ਸਲਾਜੀਤ ਖਾਂਦੇ ਨੇ, ਇਹ ਏਡੀ ਮਜੂਨ ਮੱਛੀ ਖਾਂਦੇ ਨੇ। ਇਹਨਾਂ 'ਚ ਸਬਰ ਨਹੀਂ ਹੈਗਾ। ਇੱਕ ਬੀਵੀ ਦੇ ਨਾਲ ਨਹੀਂ ਗੁਜ਼ਾਰਾ ਹੋਣ ਦਿਆ। ਅਤੇ ਇਸਲਾਮ 'ਚ ਇਸੇ ਕਰਕੇ ਤਾਂ ਜਾਇਜ਼ ਦਿੱਤਾ ਗਿਆ ਕਿ 4 ਬੀਵੀਆਂ ਕਰ ਲਵੋ, ਦੂਸਰੀ ਕਰ ਲੈ, ਤੀਸਰੀ ਕਰ ਲੈ, ਤਾਂ ਕਿ ਉਹਨਾਂ ਦੇ ਕੋਲ ਜਾ ਕੇ ਤੇਰਾ ਆਪਣਾ ਟਾਈਮ ਪਾਸ ਹੋ ਸਕੇ। ਲੇਕਿਨ ਇਸ ਜ਼ਨਾ ਕਰਨ ਦੀ ਕਿਹੜੀ ਜ਼ਰੂਰਤ ਸੀ, ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਕਿ ਘਰ ਦੇ ਇੱਕ ਬੁੱਢੀ ਦੇ ਇੰਨੇ ਖਰਚੇ ਨੇ, ਦੂਜੀ ਨੂੰ ਅਸੀਂ ਕਿਉਂ ਲਿਆਉਣਾ ਵੇ, ਬਾਹਰ ਹੀ ਇਸੇ ਤਰ੍ਹਾਂ ਮੂੰਹ ਮਾਰ ਲਾਂਗੇ, ਬਾਹਰ ਵਾਲੀਆਂ ਦੇ ਨਾਲ ਹੀ ਥੋੜ੍ਹਾ ਬਹੁਤਾ ਖਰਚਾ ਕਰਕੇ ਅਤੇ ਚੱਲ ਭਾਈ ਆਪਣਾ ਗੁਜ਼ਾਰਾ ਕਰ ਲਿਆ। ਕਹਿੰਦੇ ਨੇ ਨਾ, ਜਦੋਂ ਮੁੱਲ ਯਾਨੀ ਕਿ ਬਾਜ਼ਾਰੋਂ ਦੁੱਧ ਮਿਲ ਜਾਂਦਾ ਵੇ ਅਤੇ ਫਿਰ ਘਰ ਮੱਝ ਲਿਆ ਕੇ ਬੰਨਣ ਦੀ ਕਿਹੜੀ ਜ਼ਰੂਰਤ ਹੈ। ਇਹ ਇਹਨਾਂ ਵਰਗੇ ਜਾਹਲਾਂ ਦੇ ਜਿਹੜੇ ਨੇ ਨਾ ਜ਼ੀਨੀ, ਯਾਨੀ ਕਿ ਇਹਨਾਂ ਦੀ ਮੁਤਾਬਕਤ ਇੱਥੋਂ ਤੱਕ ਹੀ ਹੈ। ਅਤੇ ਇਹਨਾਂ ਦਾ ਹੈ ਵੀ ਕਿ ਚਲੋ ਕੋਈ ਨਹੀਂ, ਘਰ ਤੇ ਬੁੱਢੀਆਂ ਜਿਹੜੀਆਂ ਹੈਗੀਆਂ ਨੇ ਉਹ ਖਰਚਾ ਕਰਾਉਂਦੀਆਂ ਨੇ, ਅਤੇ ਬਾਹਰ ਜਿਹੜਾ ਵੀ ਉਹ ਤੁਹਾਨੂੰ ਪਤਾ 200, 250, 500, 1000 ਦੇ ਉੱਤੇ ਮਿਲ ਮੁਲ ਜਾਂਦੀਆਂ ਨੇ ਇਹੋ ਜਿਹੀਆਂ ਇਹਨਾਂ ਵਰਗਿਆਂ ਨੂੰ। ਅਤੇ ਇਹਨਾਂ ਵਰਗਿਆਂ ਦੇ ਤਾਂ ਮੂੰਹ ਤੋੜੇ ਜਾਣ, ਇਹਨਾਂ ਵਰਗਿਆਂ ਦੀਆਂ ਲੱਤਾਂ ਬਾਹਾਂ ਤੋੜੀਆਂ ਜਾਣ, ਇਹਨਾਂ ਵਰਗਿਆਂ ਨੂੰ ਲੂਲੇ ਪਾਂਗਲੇ ਕਰਕੇ ਰੱਖਿਆ ਜਾਵੇ, ਤਾਂ ਕਿ ਇਹ ਅਗਰ ਇੱਕ ਦੇ ਨਾਲ ਕੀਤਾ ਹੈ, ਇਹਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਪਤਾ ਚੱਲ ਗਿਆ ਸਾਨੂੰ ਕਿ ਜੀ ਪੂਰੇ ਜਿਹੜਾ ਨਾ ਉਹਨੂੰ ਥਾਣੇ ਨੂੰ ਜਿਹੜੇ ਅਮਲਾ ਸੀ ਉਹਨਾਂ ਸਾਰਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਅੱਛੀ ਗੱਲ ਹੈ ਕਿ ਕਿਸੇ ਨੇ ਐਕਸ਼ਨ ਲਿੱਤਾ ਹੈ, ਇਹ ਪਹਿਲੀ ਦਫਾ ਸੁਣਿਆ, ਲੇਕਿਨ ਉਹਦਾ ਕੀ ਫਾਇਦਾ। ਉਹ ਫਿਰ ਦੰਦਨ ਆਉਂਦਾ ਕਿਤੇ ਨਾ ਕਿਤੇ ਹੋਰ ਕਿਸੇ ਦੀ ਧੀ ਭੈਣ ਨੂੰ ਛੇੜੇਗਾ, ਕਿਸੇ ਦੀ। ਇਹਨਾਂ ਨੂੰ ਪਾਂਗਲਿਆ ਕਰੋ। ਇਹਨਾਂ ਦੇ ਨਹੀਂ ਨੇਫਿਆਂ ਦੇ ਵਿੱਚ ਪਿਸਤੌਲਾਂ ਚੱਲਦੀਆਂ, ਇਹਨਾਂ ਦੇ ਨੇਫੇ ਜਿਹੜੇ ਨੇ ਨਹੀਂ ਹੈਗੇ, ਇੱਥੇ ਨਹੀਂ ਪਿਸਤੌਲਾਂ ਲੱਗੀਆਂ, ਉਹ ਨਹੀਂ ਚੱਲਦੀਆਂ, ਉਹ ਨਹੀਂ ਇਹਨਾਂ ਨੂੰ ਨਕਾਰਾ ਕਰਦੀਆਂ, ਇਹਨਾਂ ਨੂੰ ਕਰਨ ਹਾਂ ਖੁਸਰੇ, ਤਾਂ ਕਿ ਇਹ ਇੱਕ ਆਪਣੀ ਬੀਵੀ ਜੋਗੇ ਵੀ ਨਾ ਰਹਿਣ, ਕਿਸੇ ਜੋਗੇ ਤੇ ਨਾ ਰਹਿਣ, ਅਤੇ ਆਪਣੀ ਬੀਵੀ ਜੋਗੇ ਵੀ ਨਾ ਰਹਿਣ। ਇਹਨਾਂ ਨੂੰ ਇੰਝ ਦੇ ਕਰ ਦਿਓ। ਅਤੇ ਇਸ ਬੱਚੀ ਦਾ ਫਿਰ ਬਿਆਨ ਸੁਣੋ ਕਿ ਉਹਨੇ ਇਹਦੇ ਬਾਰੇ 'ਚ ਕੀ ਦੱਸਿਆ। ਇਹ ਕੌਣ ਹੈ? ਇਹ ਬੰਦਾ ਸੀ, ਕੌਣ ਹੈ? ਫਿਰ ਇਹਨੇ ਪੁਲਿਸ ਵਾਲਾ ਸੀ, ਇਹ ਵਰਦੀ ਪਈ ਸੀ। ਇਹ ਕੌਣ ਹੈ? ਇਹਨੂੰ ਪਛਾਣਦੀ ਹੈ ਤੂੰ? ਇਹ ਮੈਂ ਪਛਾਣ ਲੈਣੀ ਹਾਂ। ਇਹਨੇ ਮੇਰਾ ਗੰਦਾ ਕੰਮ ਕੀਤਾ, ਇਹਨੇ ਮੈਨੂੰ ਜ਼ੁਲਮ ਕੀਤਾ, ਇਹਨੇ ਮੈਨੂੰ ਇੱਜ਼ਤ ਲੁੱਟੀ ਹੈ। ਸਾਡੀ ਜ਼ੁਬਾਨ 'ਚ ਨਾ ਇਹੋ ਜਿਹੇ ਬੱਚਿਆਂ ਨੂੰ ਕਿਹਾ ਜਾਂਦਾ ਸਿੱਧੀ ਹੈ, ਭੋਲੀ ਭਾਲੀ ਹੈ। ਅਸੀਂ ਇਹਨਾਂ ਵਰਗਿਆਂ ਨੂੰ ਨਾ ਸਿੱਧੀ ਕਹਿੰਦੇ ਹਾਂ, ਕਿਉਂਕਿ ਲੋਕ ਬੜੇ ਹੁਸ਼ਿਆਰ ਚਲਾਕ ਅਤੇ ਉਹਨਾਂ ਨੂੰ ਗੱਲ ਕਰਨ ਦੇ ਵੱਲ ਫਰੇਬ ਸਾਰੇ ਆਉਂਦੇ ਨੇ। ਲੇਕਿਨ ਇਹ ਲੋਕ ਬਹੁਤ ਜ਼ਹਿਨੀ ਤੌਰ 'ਤੇ ਸਿੱਧੇ ਹੁੰਦੇ ਨੇ। ਇਹ ਵੀ ਅੱਲਾ ਦੀ ਮਖਲੂਕ ਹੈ, ਅੱਲਾ ਦੇ ਬਣਾਏ ਨੇ, ਲੇਕਿਨ ਇਹਨਾਂ 'ਚ ਉਹ ਸ਼ਾਤਰਪਨ ਨਹੀਂ ਹੁੰਦਾ। ਇਹਨਾਂ ਲੋਕਾਂ ਤੋਂ ਫਾਇਦਾ ਚੁੱਕਣਾ ਕਿੱਡੀ ਵੱਡੀ ਜ਼ਿਆਦਤੀ ਹੈ। ਅੱਲਾਹ ਤਾਲਾ ਦਾ ਫਰਮਾਨ ਹੈ ਕਿ ਤੁਸੀਂ ਆਪਣੇ ਤੋਂ ਜਿਹੜਾ ਕੰਮ ਤਾਰੇ ਉਹਦੇ 'ਤੇ ਏਡਾ ਜ਼ੁਲਮ ਨਾ ਕਰੋ ਕਿ ਉਹਦੀ ਹਾ ਲੱਗ ਜਾਏ ਤੁਹਾਨੂੰ ਉਹਦੀ, ਕਿਉਂਕਿ ਹਾ ਜਿਹੜੀ ਹੈ ਤੁਹਾਨੂੰ ਜ਼ਮੀਨ 'ਤੇ ਲੱਗਣੀ ਹੈ ਨਾ, ਅਤੇ ਅਰਸ਼ ਵਾਲੇ ਕੋਲ ਪਹਿਲੇ ਪਹੁੰਚ ਜਾਣੀ ਹੈ। ਅਤੇ ਅਰਸ਼ ਵਾਲੇ ਕੋਲੋਂ ਡਰ ਕੇ ਰਿਹਾ ਜਾਂਦਾ ਵੇ, ਅਤੇ ਇਹ ਲੋਕ ਨਹੀਂ ਡਰਨ ਦੇ। ਇਹਨਾਂ ਦੇ ਉੱਤੇ ਆਪਣਾ ਡਰ ਪਾਉਣ ਵਾਸਤੇ ਹਕੂਮਤ ਕੋਈ ਐਸੇ ਇਕਦਾਮ ਕਰੇ, ਹਕੂਮਤ ਕੋਈ ਐਸੇ ਨਿਜ਼ਾਮ ਬਣਾਏ, ਹਕੂਮਤ ਕੋਈ ਇਹਨਾਂ ਦੇ ਇਨਸਾਫ ਵਾਸਤੇ ਐਸੀਆਂ ਪਾਲਿਸੀਆਂ ਕਰੇ ਕਿ ਜੈਸੇ ਹੀ ਐਸਾ ਕੋਈ ਕੇਸ ਆਵੇ ਨਾ, ਅਤੇ ਉਹਨੂੰ ਚੌਂਕ 'ਚ ਜਿਹੜਾ ਨਾ ਖਿਲਾਰ ਕੇ ਉਹਨੂੰ ਉੱਥੇ ਸਜ਼ਾ ਦਿੱਤੀ ਜਾਵੇ, ਤਾਂ ਕਿ ਬਾਕੀ ਲੋਕ ਵੀ ਦੇਖ ਸਕਣ। ਕਿਉਂਕਿ ਜਦੋਂ ਇਹ ਕਣਕਾਂ ਦੀਆਂ ਪਕਾਈਆਂ ਹੋ ਜਾਂਦੀਆਂ ਨੇ ਨਾ, ਝੋਨਿਆਂ ਦੀਆਂ ਹੋ ਜਾਂਦੀਆਂ ਨੇ, ਅਤੇ ਕਾਂ ਬੜਾ ਤੰਗ ਕਰਦੇ ਨੇ। ਅਤੇ ਉੱਥੋਂ ਦੇ ਜਿਹੜੇ ਖੇਤਾਂ ਦੇ ਮਾਲਕ ਹੁੰਦੇ ਨੇ ਨਾ, ਉਹ ਕਹਿੰਦੇ ਨੇ ਇੱਕ ਕਾਂ ਨੂੰ ਅਗਰ ਮਾਰ ਕੇ ਅਤੇ ਪੁੱਠਾ ਲਟਕਾ ਦਿੱਤਾ ਜਾਵੇ ਨਾ, ਅਤੇ ਬਾਕੀ ਕਾਂ ਜਿਹੜੇ ਨੇ ਨਾ ਉਹ ਲਾਗੇ ਵੀ ਨਹੀਂ ਫੜਕਦੇ, ਉਹ ਦੂਰ ਦੂਰ ਰਹਿੰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਿਨ੍ਹਾਂ ਨੇ ਇੱਕ ਨੂੰ ਲਟਕਾਤਾ ਨਾ, ਉਹ ਸਾਨੂੰ ਵੀ ਪੁੱਠਿਆਂ ਲਮਕਾ ਦੇਣਗੇ। ਅਤੇ ਇਹ ਜਿਹੜੇ ਨੇ ਨਾ, ਇਹਨਾਂ ਦੇ ਨਾਲ ਇਹਨਾਂ ਵਰਗਾ ਸਲੂਕ ਕੀਤਾ ਜਾਵੇ। ਇਹ ਅਗਰ ਇਨਸਾਨੀਅਤ ਦੇ ਨਾਲ ਜਿਹੜਾ ਨਾ ਰਹਿਮ ਨਹੀਂ ਖਾਂਦੇ, ਅਤੇ ਇਹਨਾਂ 'ਤੇ ਰਹਿਮ ਖਾਨ ਦਾ ਕਿਹੜਾ ਮਾਮਲਾ ਹੈਗਾ। ਇਹਨਾਂ 'ਤੇ ਵੀ ਰਹਿਮ ਨਾ ਖਾਇਆ ਜਾਏ, ਇਹਨਾਂ ਦੇ ਵੀ ਉਹ ਹਿੱਸੇ ਲਾਏ ਜਾਣ ਜਿਹੜੇ ਇਹਨਾਂ ਨੂੰ ਤੰਗ ਕਰਦੇ ਨੇ, ਇਹਨਾਂ ਦੇ ਵੀ ਉਹ ਹੱਥ ਲਾਏ ਜਾਣ ਜਿਨ੍ਹਾਂ ਦੇ ਨਾਲ ਇਹ ਕਿਸੇ ਦੀ ਧੀ ਭੈਣ ਦੀ ਇੱਜ਼ਤ ਖਰਾਬ ਕਰਦੇ ਨੇ, ਇਹਨਾਂ ਦੀਆਂ ਉਹ ਅੱਖਾਂ ਕੱਢੀਆਂ ਜਾਣ ਜਿਨ੍ਹਾਂ ਦੇ ਨਾਲ ਇਹ ਵੇਖਦੇ ਨੇ, ਅਤੇ ਇਸ ਤਰ੍ਹਾਂ ਦੇ ਇਹਨਾਂ ਦੇ ਦਿਲਾਂ 'ਚ ਖਿਆਲ ਆਉਂਦੇ ਨੇ। ਇਹਨਾਂ ਦੇ ਟੋਟਲ ਹਿੱਸੇ ਤੋੜੇ ਪੋੜੇ ਜਾਣ, ਲਾ ਦਿੱਤੇ ਜਾਣ, ਤਾਂ ਕਿ ਇਹਨਾਂ ਨੂੰ ਸਕੂਨ ਦੇ ਨਾਲ ਘਰ ਬਿਠਾ ਦਿਓ, ਇਹਨਾਂ ਨੂੰ ਮੁਹਤਾਜ ਕਰ ਦਿਓ, ਰੋਟੀ ਪਾਣੀ
ਨਹੀਂ ਦਾ, ਤਾਂ ਕਿ ਘਰ ਵਾਲਿਆਂ ਨੂੰ ਵੀ ਪਤਾ ਹੋਵੇ ਕਿ ਇਹ ਇਸ ਕਰਤੂਤ ਤੋਂ ਇੱਥੇ ਆ ਕੇ ਬੈਠਾ ਹੈ। ਇਹਨੂੰ ਕੀੜੇ ਚੱਲਣ ਦੁਨੀਆ ਦੇ ਉੱਤੇ ਇਬਰਤ ਦਾ ਨਿਸ਼ਾਨ ਬਣੇ, ਆਖਰਤ 'ਚ ਤੇ ਇਹਨੇ ਬਣਨਾ ਹੀ ਹੈ, ਤੇ ਲੇਕਿਨ ਇਹਨੂੰ ਦੁਨੀਆ 'ਤੇ ਵੀ ਇਬਰਤ ਦਾ ਨਿਸ਼ਾਨ ਬਣਾਓ, ਤਾਂ ਕਿ ਕਈਆਂ ਨੂੰ ਕੰਨ ਹੋ ਜਾਣ, ਕਈਆਂ ਨੂੰ ਅੱਖਾਂ ਹੋ ਜਾਣ ਕਿ ਇਹੋ ਜਿਹਾ ਕੰਮ ਜ਼ਿੰਦਗੀ 'ਚ ਨਹੀਂ ਕਰਨਾ। ਜਦੋਂ ਵੀ ਮੁਲਕ ਦੇ ਵਿੱਚ ਕੋਈ ਇਹੋ ਜਿਹੀ ਖਬਰ ਆਉਂਦੀ ਹੈ ਤੇ ਉਹ ਯਕੀਨ ਕਰੋ ਇੰਝ ਜੰਗਲ 'ਚ ਅੱਗ ਦੀ ਤਰ੍ਹਾਂ ਫੈਲ ਜਾਂਦੀ ਹੈ। ਹੁਣ ਤੇ ਮੀਡੀਆ ਦਾ ਦੌਰ ਹੈ, ਹੁਣ ਤੇ ਉਹ ਵਾਲਾ ਦੌਰ ਹੀ ਨਹੀਂ ਹੈਗਾ। ਪਹਿਲੇ ਕਦੀ ਹੁੰਦਾ ਸੀ ਕਿ ਕਿਸੇ ਗੱਲ ਵਾਸਤੇ ਐਲਾਨ ਕੀਤਾ ਜਾਂਦਾ ਸੀ, ਜਿੰਨਾ ਚੰਦ ਘਰਾਂ 'ਚ ਐਲਾਨ ਦੀ ਆਵਾਜ਼ ਜਾਂਦੀ ਸੀ ਨਾ, ਤੇ ਉਹ ਘਰ ਸੁਣ ਲੈਂਦੇ ਸਨ, ਬਾਕੀ ਸਾਰੇ ਬੇਖਬਰੇ ਹੁੰਦੇ ਸਨ। ਹੁਣ ਤੇ ਇਹ ਜਿਹੜਾ ਵੇ ਘਰ ਘਰ, ਸ਼ਹਿਰ ਸ਼ਹਿਰ, ਮੁਲਕ ਜਿਹੜਾ ਨਾ ਮੀਡੀਆ ਜਿਹੜਾ ਨਾ ਹੁਣ ਫਿਰਦਾ ਪਿਆ। ਤੁਹਾਡੀ ਵੀਡੀਓ ਕਿੱਥੇ ਕਿੱਥੇ ਜਾਂਦੀਆਂ ਨੇ, ਕੌਣ ਕੌਣ ਵੇਖਦਾ ਵੇ, ਸਭ ਨੂੰ ਪਤਾ ਚੱਲ ਜਾਂਦਾ ਵੇ। ਇਸ ਤਰ੍ਹਾਂ ਜਿਹੜਾ ਨਾ ਗੱਲ ਫੈਲ ਜਾਂਦੀ ਹੈ, ਤੇ ਦੁਨੀਆ ਦੇ ਜਿਹੜੇ ਗੈਰ ਮੁਸਲਿਮ ਹੋਣਗੇ ਉਹ ਕੀ ਵੇਖਦੇ ਹੋਣਗੇ ਸਾਡੀਆਂ ਵੀਡੀਓ ਨੂੰ, ਕਿ ਮੁਸਲਮਾਨ ਜਿਹੜੇ ਨੇ ਉਹ ਏਡੇ ਇਸੇ ਕੰਮ ਦੇ ਸ਼ੌਕੀਨ ਨੇ ਕਿ ਉਹ ਨਾ ਛੋਟੀ ਬੱਚੀ ਵੇਖਦੇ ਨੇ 1.5 ਸਾਲ ਦੀ, ਨਾ ਕੋਈ 3 ਸਾਲ ਦੀ, ਨਾ ਕੋਈ 8 ਸਾਲ ਦੀ, ਨਾ ਕੋਈ 7 ਸਾਲ ਦੀ, ਕੋਈ ਛੋਟੀ ਵੱਡੀ ਵੇਖਦੇ ਨੇ, ਨਾ ਕੋਈ ਝੱਲੀ ਪੱਤੀ ਵੇਖਦੇ, ਨਾ ਕੋਈ ਸਿੱਧੀ ਸਾਦੀ ਵੇਖਦੇ ਨੇ। ਬਸ ਉਹਨਾਂ ਨੂੰ ਇਸੇ ਕੰਮ ਦਾ ਕਰੇਜ਼ ਹੈ। ਇਹ ਸਾਡੇ ਮੁਲਕ ਦੇ ਵਿੱਚ ਜਿਹੜਾ ਨਾ ਜਹਾਲਤ ਦੀ ਕਮੀ ਹੈ। ਦੁਨੀਆ ਤੇ ਅਸਮਾਨਾਂ 'ਤੇ ਪਹੁੰਚ ਗਈ, ਚੰਦ 'ਤੇ ਪਹੁੰਚ ਗਈ, ਕਿੱਥੇ ਕਿੱਥੇ ਉਹਨਾਂ ਨੇ ਜਿਹੜਾ ਨਾ ਚੀਜ਼ਾਂ ਫਤਹ ਕਰ ਲਿੱਤੀਆਂ। ਕਿਹਨੂੰ? ਜੋ ਸਾਡੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਕਿਹਾ ਸੀ, ਸਾਨੂੰ ਤਾਲੀਮਾਤ ਦਿੱਤੀਆਂ ਸਨ। ਹਾਲਾਂਕਿ ਕੁਰਾਨ ਪਾਕ ਹਦਾਇਤ ਦੀ ਕਿਤਾਬ ਹੈ, ਉਹਦੇ ਵਿੱਚ ਇਤਨੀਆਂ ਅੱਛੀਆਂ ਗੱਲਾਂ ਨੇ, ਮੈਂ ਪੜ੍ਹਿਆ ਤੇ ਯਕੀਨ ਕਰੋ ਜ਼ਿੰਦਗੀ ਚੇਂਜ ਹੋ ਗਈ, ਜ਼ਿੰਦਗੀ ਬਦਲ ਕੇ ਰਹਿ ਗਈ, ਕਿਉਂਕਿ ਉਹਦੇ ਵਿੱਚ ਸਾਰੀ ਦੁਨਿਆਵੀ ਗੱਲਾਂ ਨੇ। ਅਸੀਂ ਕਿਸ ਤਰ੍ਹਾਂ ਚੱਲਣਾ ਹੈ, ਅਸੀਂ ਕੀ ਕਰਨਾ ਵੇ, ਅਸੀਂ ਆਇੰਦਾ ਆਉਣ ਵਾਲੀ ਜ਼ਿੰਦਗੀ, ਯਾਨੀ ਕਿ ਸਾਡੇ ਮਰਨ ਤੋਂ ਬਾਅਦ ਵਾਲੀ ਜ਼ਿੰਦਗੀ ਤੱਕ ਦਾ ਵੀ ਅੱਲਾਹ ਤਾਲਾ ਨੇ ਉਹਦੇ ਵਿੱਚ ਦੱਸ ਦਿੱਤਾ ਹੋਵੇ। ਹਾਲਾਂਕਿ ਗਾਇਬ ਦਾ ਇਲਮ ਤੇ ਮੇਰੀ ਰੱਬ ਦੀ ਜ਼ਾਤ ਤੋਂ ਇਲਾਵਾ ਅਸੀਂ ਜਾਣ ਹੀ ਨਹੀਂ ਸਕਦੇ ਜੇ ਅੱਲਾਹ ਤਾਲਾ ਸਾਨੂੰ ਇਹ ਕਿਤਾਬ ਨਾ ਦਿੰਦਾ। ਤੇ ਅੱਲਾਹ ਤਾਲਾ ਦਾ ਇਹ ਤੋਹਫਾ, ਏਡੀ ਅਨਮੋਲ ਕਿਤਾਬ, ਇਹਨੂੰ ਪੜ੍ਹੋਗੇ ਤੇ ਤੁਹਾਨੂੰ ਪਤਾ ਚੱਲੇਗਾ ਕਿ ਸਾਡੇ ਨਾਲ ਆਖਰਤ 'ਚ ਇਹੋ ਜਿਹੇ ਕੰਮ ਕਰਨ ਦਾ ਅੰਜਾਮ ਕੀ ਹੋਣਾ ਵੇ। ਇਹ ਸਾਰੀ ਦੀਨ ਤੋਂ ਦੂਰੀ ਹੈ, ਦੀਨ ਤੋਂ ਦੂਰੀ ਹੋਣ ਦੀ ਵਜ੍ਹਾ ਤੋਂ ਇਹ ਲੋਕ ਇਹੋ ਜਿਹੇ ਕੰਮ ਕਰਦੇ ਨੇ। ਜਦੋਂ ਕਿ ਇੱਕ ਕਹਿੰਦੇ ਨੇ ਨਾ ਸ਼ਾਦੀशुदा ਜ਼ਿਨਾ ਕਰਾਏ, ਤੇ ਉਹਦੇ ਵਾਸਤੇ ਉਹਨੂੰ ਰਜਮ ਕਰਨ ਦਾ ਜਿਹੜਾ ਹੁਕਮ ਦਿੱਤਾ ਗਿਆ ਹੈ ਕਿ ਉਹਨੂੰ ਜਿਹੜਾ ਨਾ ਸੰਸਾਰ ਕਰੋ, ਉਹਨਾਂ ਨੂੰ ਨਾ ਜ਼ਮੀਨ 'ਚ ਦਬਾ ਕੇ ਨਾ ਤੇ ਉਹਨਾਂ ਨੂੰ ਸੰਸਾਰ ਕਰੋ। ਤੇ ਲੇਕਿਨ ਜਿਹੜਾ ਅਗਰ ਗੈਰ ਸ਼ਾਦੀशुदा ਲੜਕੀ ਲੜਕਾ ਕੋਈ ਫੜੇ ਜਾਂਦੇ ਨੇ ਤੇ ਉਹਨਾਂ ਨੂੰ ਜਿਹੜੇ ਨਾ ਦੁर्रे ਲਗਾਏ ਜਾਣ, 100 ਦੁर्रे ਲਗਾਏ ਜਾਣ, ਕੋੜੇ ਮਾਰੇ ਜਾਣ। ਤੇ ਇਹ ਤੇ ਇਸਲਾਮ ਨੇ ਉਹਨਾਂ ਨੂੰ ਦਿੱਤੀ ਹੈ ਇਜਾਜ਼ਤ ਇਸ ਚੀਜ਼ ਦੀ, ਤੇ ਲੇਕਿਨ ਇੱਥੇ ਤੇ ਕੋਈ ਇਨਸਾਫ ਹੀ ਨਹੀਂ ਹੁੰਦਾ। ਇੱਥੇ ਪੁਲਿਸਾਂ ਨੇ ਉਹਨਾਂ ਨੂੰ, ਇਹ ਪੁਲਿਸ ਜਿਹੜੀ ਹੈ ਅਸੀਂ ਇਹਨੂੰ ਕਹਿੰਦੇ ਹਾਂ ਸਾਡੇ ਮੁਹਾਫਿਜ਼ ਨੇ। ਇਹ ਅਸੀਂ ਕਿਤੇ ਤੁਰਦੇ ਫਿਰਦੇ ਵੇਖੀਏ ਨਾ ਤਾਂ ਅਸੀਂ ਕਹਿੰਦੇ ਹਾਂ ਸਾਡੇ ਮੁਹਾਫਿਜ਼ ਲੱਗੇ ਫਿਰਦੇ ਨੇ, ਇਹ ਹੋ ਗਏ ਫੌਜੀ ਹੋ ਗਏ, ਇਹ ਹੈ ਨੇ, ਤੇ ਅਸੀਂ ਕਹਿੰਦੇ ਅਸੀਂ ਮਹਿਫੂਜ਼ ਘਰਾਂ 'ਚ ਬੈਠੇ ਹਾਂ। ਤੇ ਜੇ ਮੁਹਾਫਿਜ਼ ਹੀ ਆਪਣੀਆਂ ਇੱਜ਼ਤਾਂ ਖਰਾਬ ਕਰਨ ਲੱਗ ਪੈਣ, ਜੇ ਮੁਹਾਫਿਜ਼ ਹੀ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਨੂੰ ਰੋਲ ਕੇ ਰੱਖਦੇ ਨਾ, ਤੇ ਕਿਹੜਾ ਸਾਡਾ ਮੁਹਾਫਿਜ਼ ਹੈ? ਫਿਰ ਤੇ ਸਾਡਾ ਅੱਲਾ ਹੀ ਵਾਰਿਸ ਹੈ। ਅੱਲਾ ਤੇ ਵਾਰਿਸ ਹੈ, ਸਾਰਿਆਂ ਦੇ ਵਾਰਿਸ ਹੈ, ਲੇਕਿਨ ਫਿਰ ਤੇ ਇਹਨਾਂ ਲੋਕਾਂ ਤੇ ਯਕੀਨ ਟਕੇ ਦਾ ਨਾ ਰਹਿ ਗਿਆ। ਇਹ ਕੌਣ ਜਾਵੇ ਆਪਣੇ ਮਾਮਲੇ ਉੱਥੇ ਲੈ ਕੇ? ਇਕੱਲੀ ਔਰਤ ਜਿਹੜੀ ਉਹ ਥਾਣੇ 'ਚ ਨਹੀਂ ਜਾ ਸਕਦੀ, ਕਿਉਂਕਿ ਇਹੋ ਜਿਹੇ ਬੜੇ ਬਦਕਾਰ ਬੈਠੇ ਨੇ ਉੱਤੇ, ਕਈ ਮਾਮਲੇ ਲਟਕਾ ਛੱਡਦੇ ਨੇ ਸਾਲੋ ਸਾਲ। ਅੱਜ ਸਾਡੀ ਨਸਲ ਦੀਆਂ ਜੜੀਆਂ ਨੇ ਨਾ ਕਹਾਣੀਆਂ ਜੜੀਆਂ ਨੇ ਨਾ, ਉਹ ਨਸਲ ਦਰ ਨਸਲ ਚੱਲਦੀਆਂ ਨੇ, ਲੇਕਿਨ ਥਾਣਿਆਂ ਦੇ ਜਿਹੜੇ ਨੇ ਉਹ ਨਾ ਚੱਕਰ ਮੁੱਕਦੇ ਨੇ ਤੇ ਨਾ ਕੇਸ ਮੁੱਕਦੇ ਨੇ। ਖੁਦਾਰਾ ਕੋਈ ਐਸਾ ਕਾਨੂੰਨ ਬਣਾਓ ਤਾਂ ਕਿ ਜਲਦੀ ਇਨਸਾਫ ਜਿਹਨੂੰ ਮਿਲਣਾ ਹੋਵੇ, ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹਾ ਦੇ ਦੌਰ ਦੇ ਵਿੱਚ ਐਸੀ ਹਕੂਮਤ ਉਹਨਾਂ ਨੇ ਕੀਤੀ, ਉਸ ਤੋਂ ਬਾਅਦ ਐਸਾ ਕੋਈ ਹੁਕਮਰਾਨ ਨਾ ਆਇਆ ਤੇ ਨਾ ਸ਼ਾਇਦ ਕਿਆਮਤ ਤੱਕ ਆਏਗਾ, ਕਿਉਂਕਿ ਉਹਨਾਂ ਦੇ ਦੌਰ ਦੇ ਵਿੱਚ ਜਿਹੜਾ ਸੀ ਨਾ ਕਿ ਇਤਨਾ ਇਨਸਾਫ ਸੀ। ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹਾ ਫਰਮਾਉਂਦੇ ਨੇ ਕਿ ਅਗਰ ਦਜਲਾ ਦੇ ਕਿਨਾਰੇ ਇੱਕ ਕੁੱਤਾ ਵੀ ਪਿਆਸਾ ਮਾਰਿਆ ਗਿਆ ਨਾ, ਤੇ ਉਮਰ ਦੀ ਯਾਨੀ ਕਿ ਨਾ ਪੁੱਛ ਹੋਵੇਗੀ। ਇੰਨਾ ਅੱਗੇ ਤੱਕ ਉਹ ਸੋਚਦੇ ਸਨ। ਤੇ ਅੱਜ ਦੇ ਹੁਕਮਰਾਨ ਜਿਹੜੇ ਨੇ ਉਹ ਬਸ ਆਰਡਰ ਲਾ ਦਿੰਦੇ ਨੇ, ਉਹਨਾਂ ਨੂੰ ਫਿਰਨ ਤੋਂ ਇਲਾਵਾ ਮੇਰੇ ਖਿਆਲ 'ਚ ਕੋਈ ਕੰਮ ਹੀ ਨਹੀਂ। ਮਰੀਮ ਨਵਾਜ਼ ਨੇ ਤੇ ਕਿਹਾ ਸੀ ਕਿ ਮੈਂ ਪੂਰੀ ਕੌਮ ਦੀ ਮਾਂ ਵਾਂ ਤੇ ਮੈਂ ਇਹਨਾਂ ਦੇ ਮਸਲੇ ਇੰਝ ਹੀ ਸੁਣਾਂਗੀ ਜਿਵੇਂ ਕੋਈ ਇੱਕ ਮਾਂ ਮਸਲੇ ਸੁਣਦੀ ਹੈ, ਆਪਣੇ ਬੱਚੇ ਦੇ ਮਸਲੇ ਹੱਲ ਕਰਦੀ ਹੈ, ਆਪਣੇ ਬੱਚਿਆਂ ਦੀ ਫਰਿਆਦ ਸੁਣਦੀ ਹੈ, ਆਵਾਜ਼ ਸੁਣਦੀ ਹੈ। ਤੇ ਮਰੀਮ ਨਵਾਜ਼ ਤੱਕ ਇਹ ਸਾਰੀਆਂ ਵੀਡੀਓ ਨਹੀਂ ਪਹੁੰਚਦੀਆਂ।
ਇਹ ਸਾਰੀ ਵੀਡੀਓ ਨੂੰ ਇੰਨੀਆਂ ਕੁ ਸ਼ੇਅਰ ਕਰਿਆ ਕਰੋ। ਮੈਨੂੰ ਯਕੀਨ ਕਰੋ, ਕੋਈ ਮੈਂ ਨਹੀਂ ਕਵਾਂਗੀ ਤੁਹਾਨੂੰ ਇਹਨਾਂ ਵੀਡੀਓ 'ਤੇ ਕਿ ਮੈਨੂੰ ਲਾਈਕ ਕਰੋ, ਸ਼ੇਅਰ ਕਰੋ ਜਾਂ ਸਬਸਕ੍ਰਾਈਬ ਕਰੋ, ਐਸਾ ਕੁਛ ਨਹੀਂ ਕਹਾਂਗੀ। ਲੇਕਿਨ ਇੱਕ ਗੱਲ ਦੀ ਇਲਤਜਾ ਕਰਾਂਗੀ ਕਿ ਇਹੋ ਜਿਹੀ ਅਗਰ ਵੀਡੀਓ ਮੇਰੀ ਨਹੀਂ ਤੇ ਕਿਸੇ ਹੋਰ ਦੀ ਵੀ ਆਵੇ ਕਰੇ ਨਾ, ਤੇ ਉਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਹੋ ਸਕਦਾ ਇਹ ਵੀਡੀਓ ਕਈਆਂ ਤੱਕ, ਐਸੇ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਦੇ ਜ਼ਮੀਰ ਮਰ ਚੁੱਕੇ ਨੇ, ਉਹਨਾਂ ਦੇ ਜਾਗ ਜਾਣ, ਜਿਨ੍ਹਾਂ ਨੂੰ ਅੱਲਾਹ ਪਾਕ ਹਦਾਇਤ ਦੇਵੇ ਤੇ ਉਹ ਸਿੱਧੇ ਰਸਤੇ 'ਤੇ ਆਉਣ ਤੇ ਇਨਸਾਫ ਕਰਨ। ਸਾਡੇ ਮੁਲਕ 'ਚ ਜਿਹੜਾ ਨਾ ਹੁਣ ਇਨਸਾਫ ਦਾ ਕੋਈ ਕਾਨੂੰਨ ਹੋਣਾ ਚਾਹੀਦਾ, ਕਿਉਂਕਿ ਬਹੁਤ ਜ਼ਿਆਦਾ ਜਾਨਾਂ ਜਿਹੜੀਆਂ ਨੇ ਨਾ ਉਹ ਜ਼ਾਇਆ ਹੋਣ ਦੀਆਂ ਨੇ। ਦਿਨ ਬ ਦਿਨ ਇਹ ਜਿਹੜੇ ਨਾ ਜਰਾਇਮ ਵੱਧਦੇ ਜਾਂਦੇ ਨੇ, ਘਟਦੇ ਨਹੀਂ ਪਏ। ਇਹਨਾਂ ਦੀ ਰੋਕਥਾਮ ਹੋਣੀ ਚਾਹੀਦੀ ਹੈ। ਸਾਨੂੰ ਇਹਨਾਂ ਦੀ ਸਿਰਫ ਰੋਕਥਾਮ ਵਾਸਤੇ ਕੋਈ ਐਸਾ ਕਾਨੂੰਨ ਦੱਸ ਦਿਓ ਤਾਂ ਕਿ ਸਾਡੇ ਵਰਗਿਆਂ ਨੂੰ ਵੀ ਠੰਡ ਪਵੇ, ਸਕੂਨ ਆਵੇ ਕਿ ਇਹ ਜਿਹੜੇ ਦੰਦਨਾਉਂਦੇ ਪਏ ਨੇ ਬਾਹਰ, ਜਿਹਦੇ ਵਿੱਚ ਸਾਡੇ ਇਸ ਮੁਆਸ਼ਰੇ 'ਚ ਨਾ ਸਾਡੀ ਬੱਚੀ ਮਹਿਫੂਜ਼ ਹੈ, ਨਾ ਸਾਡਾ ਬੱਚਾ ਮਹਿਫੂਜ਼ ਹੈ। ਅਸੀਂ ਮਾਵਾਂ ਆਪਣੇ ਬੱਚਿਆਂ ਨੂੰ ਕਿਹੜੀ ਦੁਨੀਆ 'ਚ ਲੈ ਜਾਈਏ? ਕਿਹੜੇ ਐਸੇ ਏਰੀਏ ਹੋਣ, ਕਿਹੜੇ ਐਸੇ ਇਲਾਕੇ ਹੋਣ ਜਿੱਥੇ ਸਾਨੂੰ ਪਤਾ ਹੋਵੇ ਸਾਡੇ ਬੱਚੇ ਮਹਿਫੂਜ਼ ਨੇ? ਇਸ ਤਰ੍ਹਾਂ ਦੰਦਨਾਉਂਦੇ ਰਹਿਣਗੇ ਨਾ ਤੇ ਇਹ ਗੁਨਾਹ ਵੱਧਦੇ ਜਾਣਗੇ, ਇਹ ਜਿਹੜੇ ਜੁਰਮ ਵੱਧਦੇ ਜਾਣਗੇ ਤੇ ਇਹਦਾ ਸਭ ਦਾ ਵਬਾਲ ਜਿਹੜਾ ਨਾ, ਯਕੀਨ ਕਰੋ ਵਕਤ ਦਾ ਜਿਹੜਾ ਹਾਕਮ ਹੋਏਗਾ ਉਹਦੇ 'ਤੇ ਹੋਏਗਾ। ਕਿਉਂਕਿ ਵਕਤ ਦਾ ਹਾਕਮ ਦੇ ਵਿੱਚ ਵੀ ਕੋਈ ਨਾ ਕੋਈ ਤੇ ਦਾਲ 'ਚ ਕਾਲਾ ਹੈਗਾ ਵੇ, ਜਿਹੜੀ ਉਹਦੀ ਜਿਹੜੀ ਹੈ ਨਾ ਹਕੂਮਤ ਦੇ ਵਿੱਚ ਇਹ ਸਾਰਾ ਕੁਛ ਹੁੰਦਿਆ ਵੇ। ਖੁਦਾਰਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ। ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਤੁਹਾਡੇ ਹੱਥਾਂ 'ਚ ਕੋਈ ਦਰਦ ਨਹੀਂ ਹੋਏਗੀ, ਕੋਈ ਪੀੜ ਨਹੀਂ ਹੋਏਗੀ, ਯਕੀਨ ਕਰੋ। ਲੇਕਿਨ ਮੈਨੂੰ ਇਸ ਚੀਜ਼ ਦੀ ਠੰਡ ਪਈ ਹੈਗੀ ਕਿ ਮੇਰੀ ਆਵਾਜ਼ ਕਿਸੇ ਐਸੇ ਇਨਸਾਨ ਤੱਕ ਪਹੁੰਚ ਗਈ ਹੈ ਜਿਹਨੇ ਮੇਰੀ ਵੀਡੀਓ ਨੂੰ ਵੇਖ ਕੇ ਤੇ ਕੋਈ ਕਾਨੂੰਨ ਕਾਇਮ ਕੀਤਾ ਹੋਵੇ। ਖੁਦਾਰਾ ਅਸੀਂ ਤੇ ਇਲਤਜਾ ਕਰ ਸਕਦੇ ਹਾਂ, ਅਸੀਂ ਆਪਣੇ ਰੱਬ ਅੱਗੇ ਵੀ ਇਹ ਫਰਿਆਦ ਕਰਨੇ ਆ ਕਿ ਐ ਰੱਬਾ, ਜੇ ਜ਼ਮੀਨੀ ਖੁਦਾ ਬਣ ਗਏ ਨੇ ਤੇ ਅੱਲਾ ਤੋਂ ਸੋਹਣਿਆ ਤੂੰ ਤੇ ਆਸਮਾਨ ਦਾ ਰੱਬ ਹੈ, ਤੂੰ ਤੇ ਇਹਨਾਂ ਤੋਂ ਉੱਪਰ ਹੈਗਾ ਵੇ, ਤੂੰ ਤੇ ਇਹਨਾਂ ਤੋਂ ਜਲਦੀ ਜਿਹੜਾ ਸੁਣ ਵੀ ਲੈਣਾ ਵੇ। ਤੇ ਤੂੰ ਫਿਰ ਇਹਨਾਂ ਵਰਗਿਆਂ ਨੂੰ ਵੀ ਪੁੱਛ ਜਿਹੜੇ ਤੇਰੇ ਹੁੰਦਿਆਂ ਆਪ ਖੁਦਾ ਬਣੇ ਨੇ ਤੇ ਆਪਣੇ ਇਨਸਾਫ ਤੋਂ ਜਿਹੜਾ ਨਾ ਮੂੰਹ ਫੇਰ ਲੈਂਦੇ ਨੇ। ਕਿਉਂਕਿ ਨਾ ਇਨਸਾਫੀ ਤੋਂ ਵੀ ਕਈ ਕੌਮਾਂ ਤਬਾਹ ਹੋ ਗਈਆਂ ਸਨ, ਬੇਇਨਸਾਫੀ ਤੋਂ ਵੀ ਹੋ ਗਈਆਂ ਸਨ, ਨਾਪ ਤੋਲ ਦੀ ਕਮੀ ਤੋਂ ਹੋ ਗਈਆਂ ਸਨ। ਕੁਰਾਨ ਪਾਕ ਨੂੰ ਪੜ੍ਹ ਕੇ ਤੇ ਵੇਖੋ ਕਿ ਪਹਿਲੀਆਂ ਕੌਮਾਂ ਕਿਹੜੇ ਕਿਹੜੇ ਅਜ਼ਾਬ ਦੀ ਵਜ੍ਹਾ ਤੋਂ ਜਿਹੜਾ ਨਾ ਦੁਨੀਆ ਦੇ ਉੱਤੋਂ ਨਿਸਤੋ ਨਬੂਦ ਹੀ ਕਰ ਦਿੱਤਾ ਸੀ। ਅੱਲਾ ਨੇ ਉਹਨਾਂ ਨੂੰ ਸਫਾ ਹਸਤੀ ਤੋਂ ਮਿਟਾ ਦਿੱਤਾ ਸੀ। ਉਹ ਦਿਨ ਹੁਣ ਦੂਰ ਨਹੀਂ ਹੈਗਾ, ਕਿਆਮਤ ਨਜ਼ਦੀਕ ਆਉਣ ਵਾਲੀ ਹੈ। ਲੇਕਿਨ ਕਿਆਮਤ ਕਿਉਂ ਜ਼ਰੂਰੀ ਹੈ, ਇਹ ਵਾਕਿਆ ਦੇਖ ਕੇ ਪਤਾ ਚੱਲਦਾ ਹੈ ਕਿ ਵਾਕਈ ਕਿਆਮਤ ਆ ਜਾਣੀ ਚਾਹੀਦੀ ਹੈ। ਇਹ ਵਾਕਿਆ ਰੋਜ਼ ਰੋਜ਼ ਜਿਹੜੇ ਨੇ ਹੁਣ ਨਹੀਂ ਵੇਖੇ ਜਾਂਦੇ। ਦਿਲ ਬਹੁਤ ਛੋਟੇ ਹੋ ਗਏ ਨੇ, ਚਿੜੀਆਂ ਵਰਗੇ ਦਿਲ ਹੋ ਗਏ ਨੇ। ਸੋਨੇ ਆ ਤੇ ਘਬਰਾ ਜਾਂਦੇ ਆ, ਦੇਖਦੇ ਆ ਤੇ ਦਿਲ ਡਰ ਜਾਂਦੇ ਨੇ। ਇਹਨਾਂ ਨੂੰ ਆਪਣੀਆਂ ਧੀਆਂ ਭੈਣਾਂ ਵਾਂਗੂ ਸਮਝੋ। ਇਹ ਸਮਝੋ ਕਿ ਇਹ ਸਾਡੇ ਘਰ ਦਾ ਜੀ ਹੈ, ਇਹ ਸਮਝੋ ਕਿ ਇਹ ਸਾਡੀਆਂ ਔਲਾਦਾਂ ਵਰਗੀਆਂ ਹੀ ਨੇ। ਇਹ ਉਸ ਮਾਂ ਨੂੰ ਦੇਖੋ ਜਿਨ੍ਹਾਂ ਦੇ ਦਿਲ ਕੱਟ ਜਾਂਦੇ ਨੇ ਆਪਣੇ ਬੱਚਿਆਂ ਨੂੰ ਇਸ ਹਾਲਤ 'ਚ ਵੇਖ ਕੇ। ਤੇ ਜਿਹੜੀ ਇੱਕ ਮਾਂ ਹੈ ਨਾ, ਉਹ ਮਾਂ ਦਾ ਦਰਦ ਤੇ ਲਾਜ਼ਮੀ ਮਹਿਸੂਸ ਕਰੇਗੀ। ਤੇ ਇਸ ਕਰਕੇ ਹਰ ਉਸ ਮਾਂ ਨੂੰ ਇਹ ਵੀਡੀਓ ਅੱਛੀ ਲੱਗੇਗੀ ਔਰ ਉਹਦੀ ਇਹ ਆਵਾਜ਼ ਹੈ ਜੋ ਮੈਂ ਬੋਲਣੀ ਪਈਆਂ ਕਿ ਵਾਕਈ ਐਸੇ ਮੁਜਰਮਾਂ ਨੂੰ ਕੈਫੇ ਕਰਤਾਰ ਤੱਕ ਪਹੁੰਚਾਇਆ ਜਾਏ ਤੇ ਇਹਨਾਂ ਦੇ ਨਾਲ ਕੋਈ ਰਿਆਇਤ ਨਾ ਕੀਤੀ ਜਾਏ। ਜਦੋਂ ਇਹ ਕਿਸੇ ਦੇ ਨਾਲ ਰਿਆਇਤ ਨਹੀਂ ਕਰਦੇ ਨਾ ਤੇ ਇਹਨਾਂ ਨਾਲ ਨਾ ਵੀ ਕੀਤੀ ਜਾਏ। ਜਿਹੜੇ ਬੱਚੀਆਂ ਦੇ ਰੇਪ ਕਰਦੇ ਨੇ, ਜਿਹੜੇ ਵੱਡੀਆਂ ਦੇ ਰੇਪ ਕਰਦੇ ਨੇ, ਜਿਨ੍ਹਾਂ ਨੇ ਯਾਨੀ ਕਿ ਇਹ ਕੰਮ ਹੀ ਜਿਹੜਾ ਨਾ ਐਡਾ ਆਸਾਨ ਕਰ ਦਿੱਤਾ ਹੈ ਤੇ ਸਾਨੂੰ ਇਹਦਾ ਆਦੀ ਬਣਾਉਂਦੇ ਨੇ ਕਿ ਅਸੀਂ ਹੁਣ ਸੁਣ ਲੈਂਦੇ ਹਾਂ ਨਾ ਤੇ ਅਸੀਂ ਕਹਿੰਦੇ ਹਾਂ ਕਿ ਅੱਛਾ ਹੁਣ ਕਿੰਨੀਆਂ ਕੁ ਵੀਡੀਓ ਬਣਾਈਏ ਇਹਦੇ 'ਤੇ, ਕਿੰਨੀ ਕੁ ਆਵਾਜ਼ ਚੁੱਕੀ ਹੈ। ਸਾਡੀ ਵੀ ਕਿਸੇ ਆਵਾਜ਼ ਦੇ ਉੱਤੇ ਅਗਰ ਐਕਸ਼ਨ ਲਿੱਤਾ ਜਾਵੇ ਤਾਂ ਸਾਨੂੰ ਵੀ ਖੁਸ਼ੀ ਹੋਵੇ ਕਿ ਚਲੋ ਸਾਡੇ ਕਿਆ ਹੋ ਸਕਦਾ ਵੇ ਕਿ ਇਹ ਮਾਮਲਾ ਹੱਲ ਹੋਇਆ। ਤੇ ਲੇਕਿਨ ਅਗਰ ਅਸੀਂ ਸਾਰੇ ਚੁੱਪ ਕਰਕੇ ਬਹਿ ਜਾਵਾਂਗੇ ਨਾ ਤੇ ਉਹ ਤੁਸੀਂ ਵਾਕਿਆ ਸੁਣਿਆ ਹੋਣਾ ਕਿ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੂੰ ਜਦੋਂ ਭਾਂਬੜ ਮੱਚਦੀ ਅੱਗ ਦੇ ਵਿੱਚ ਡਾਲਿਆ ਗਿਆ ਸੀ ਤੇ ਇੱਕ ਪਰਿੰਦਾ ਆਪਣੀ ਨੰ੍ਹੀ ਜਿਹੀ ਚੁੰਝ ਦੇ ਵਿੱਚ ਜਿਹੜਾ ਥੋੜ੍ਹਾ ਜਿਹਾ ਪਾਣੀ ਲਿਆਇਆ ਸੀ ਤਾਂ ਕਿ ਮੈਂ ਅੱਜ ਦੇ ਦਿਨ ਪਾਣੀ ਡਾਲਾਂ ਤਾਂ ਕਿ ਕਿਆਮਤ ਵਾਲੇ ਦਿਨ ਮੈਂ ਸੁਰਖਰੂ ਹੋ ਸਕਾਂ ਕਿ
ਯਾ ਅੱਲਾ ਮੈਂ ਆਪਣੀ ਮਦਦ ਜਿਹੜੀ ਸੀ ਨਾ ਉਹ ਜਿੰਨੀ ਕੁ ਕਰ ਸਕਣਾ ਸਾਂ ਉਹ ਮੈਂ ਕੀਤੀ ਸੀ। ਇਸੇ ਤਰ੍ਹਾਂ ਮੇਰੀ ਇਹ ਅਦਨਾ ਜੀ ਕੋਸ਼ਿਸ਼ ਹੈ, ਅਦਨਾ ਜੀ ਮੇਰੀ ਇੱਕ ਮਦਦ ਹੈ ਉਹਨਾਂ ਲੋਕਾਂ ਵਾਸਤੇ। ਤੇ ਵੀਡੀਓ ਨੂੰ ਬਸ ਸ਼ੇਅਰ ਕਰ ਦੇਣਾ, ਲਾਈਕ ਕਰਨਾ ਨਾ ਕਰਨਾ, ਸਬਸਕ੍ਰਾਈਬ ਵੀ ਭਾਵੇਂ ਨਾ ਕਰਨਾ ਲੇਕਿਨ ਸ਼ੇਅਰ ਜ਼ਰੂਰ ਕਰ ਦੇਣਾ। ਜਜ਼ਾਕੱਲਾ। ਦੁਆ ਕਰਨਾ ਕਿ ਅੱਲਾਹ ਤਾਲਾ ਸਾਡੇ ਸਾਰਿਆਂ ਦੀਆਂ ਬੇਟੀਆਂ ਦੀ ਹਿਫਾਜ਼ਤ ਫਰਮਾਏ, ਬੇਟਿਆਂ ਦੀ ਹਿਫਾਜ਼ਤ ਫਰਮਾਏ, ਸਾਨੂੰ ਆਪਣੇ ਹਿਫਜ਼ੋ ਈਮਾਨ 'ਚ ਰੱਖੇ। ਅੱਲਾਹ ਤਾਲਾ ਇਸ ਹਾਕਮ ਦੀ ਵੀ ਇੱਥੋਂ ਤੱਕ ਨਜ਼ਰ ਪਹੁੰਚਾਏ ਕਿ ਉਹ ਇਹਨਾਂ ਦੇ ਉੱਤੇ ਕੜਾ ਐਕਸ਼ਨ ਲਵੇ, ਇਹਨਾਂ ਨੂੰ ਕੜੀ ਸਜ਼ਾ ਦਿੱਤੀ ਜਾਵੇ ਤੇ ਸਾਡੇ ਦਿਲਾਂ ਨੂੰ ਤਾਈਓ ਸਕੂਨ ਮਿਲੇਗਾ। ਅੱਲਾਹ ਤਾਲਾ ਤੁਹਾਡਾ ਤੇ ਮੇਰਾ ਸਾਰਿਆਂ ਦਾ ਹਾਮੀ ਨਾਸਰ ਹੋਵੇ। ਫਿਰ ਇੱਕ ਅੱਛੀ ਜਿਹੀ ਵੀਡੀਓ ਲੈ ਕੇ ਆਵਾਂਗੇ, ਇਸਲਾਮੀ ਵੀਡੀਓ। ਤਬ ਤੱਕ ਵਾਸਤੇ ਅੱਲਾਹ ਹਾਫਿਜ਼।